अस्सलाम वालेकुम व्यूवर्स, मैं हूं जावेद इकबाल कुरैशी। मैं आपके लिए दोबारा आपकी खिदमत में एक सियासी टॉक शो लेकर आया हूं। आज हमारे साथ एक नए मेहमान हैं सियासत पे बात करने के लिए, मुल्क की मौजूदा सूरत हाल पे बात करने के लिए। इनका नाम मोहम्मद सफदर मुग़ल साहब हैं। बहुत ही पुरवकार, पुरअक़ल और पुरशक्ल शख्सियत हैं। मेरे वालिद करामी के दोस्त भी हैं बचपन के, और हमारे बड़े भी हैं। काफ़ी पुराना हमारा ताल्लुक़ है इनके साथ, हमारे घराने का इनके घराने के साथ। तो आज हमने इनसे वक्त मांगा था सियासी टॉक शो, सियासत पे बात करने के लिए, मुल्क की मौजूदा सूरत हाल पे और माजी की सूरत हाल पे बात करने के लिए। तो हम इनका शुक्रिया अदा करते हैं, ये आए हैं, इन्होंने हमें वक्त बख्शा है, इनायत बख्शी है। तो इनकी तरफ चलते हैं जी। अस्सलाम वालेकुम। वालेकुम सलाम जी। ठीक ठाक हो तुसी? जी मैं बिल्कुल ठीक ठाक, अल्लाह दा खास करम है जी। बहुत शुक्रिया ਤੁਹਾਡਾ, ਤੁਸੀਂ ਸਾਨੂੰ ਵਕਤ ਦਿੱਤਾ ਹੈ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਸਭ ਤੋਂ ਪਹਿਲੇ ਤੁਸੀਂ ਦੱਸੋ ਮੁਲਕੀ ਮੌਜੂਦਾ ਸੂਰਤ ਹਾਲ ਕੀ ਕਹਿੰਦੇ ਹੋ, ਠੀਕ ਜਾ ਰਹੀ ਹੈ ਜਾਂ ਨਹੀਂ ਠੀਕ ਜਾ ਰਹੀ? ਮੌਜੂਦਾ ਸੂਰਤ ਹਾਲ ਜਿਹੜੀ ਹੈ ਥੋੜ੍ਹੀ ਤਫਸ਼ੀਸ਼ਨਾਕ ਹੈ। ਗਰੀਬ ਆਦਮੀ ਜਿਹੜਾ ਹੈ ਉਹ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ, ਉਹਦੇ ਕੋਲੋਂ ਬਰਦਾਸ਼ਤ ਕਰਨੀ ਬੜੀ ਮੁਸ਼ਕਿਲ ਹੈ। ਅਤੇ ਇਸ ਗੱਲੇ ਚਾਹੀਦਾ ਹੈ ਹਕੂਮਤ ਜਿਹੜੀ ਆਈ ਹੈ ਇਹ ਆ ਕੇ ਤੇ ਚੀਜ਼ਾਂ ਜਿਹੜੀਆਂ ਨੇ ਸਸਤੀਆਂ ਕਰੇ ਤਾਂ ਕਿ ਗਰੀਬ ਆਵਾਮ ਨੂੰ ਜਿਹੜਾ ਸਹੂਲਤ ਮਿਲੇ ਅਤੇ ਉਹ ਵੀ ਜਿਹੜੇ ਨਾ ਖੁਸ਼ ਹੋਣ। ਨਹੀਂ, ਜਿਹੜੀ ਮਹਿੰਗਾਈ ਹੋਈ ਹੈ ਤੁਸੀਂ ਇਹਦਾ ਜ਼ਿੰਮੇਦਾਰ ਕਿਹਨੂੰ ਸਮਝਦੇ ਹੋ? ਇਮਰਾਨ ਖਾਨ ਨੂੰ, ਸ਼ਹਿਬਾਜ਼ ਸ਼ਰੀਫ ਨੂੰ ਜਾਂ ਕਿਸੇ ਹੋਰ ਇਦਾਰੇ ਨੂੰ? ਅਸੀਂ ਮਹਿੰਗਾਈ ਜਿਹੜੀ ਹੈ ਇਹ ਇਮਰਾਨ ਖਾਨ ਦੇ ਦੌਰ ਤੋਂ ਸ਼ੁਰੂ ਹੋਈ ਹੈ। ਇਮਰਾਨ ਖਾਨ ਨੇ ਫਿਰ ਨੋਟਿਸ ਲਿਆ, ਫਿਰ ਮਹਿੰਗਾਈ ਜਿਹੜੀ ਹੈ ਉਹ ਨਹੀਂ ਘਟੀ, ਫਿਰ ਮਹਿੰਗਾਈ ਅੱਗੇ ਵੱਧਦੀ ਰਹੀ। ਫਿਰ ਇਮਰਾਨ ਖਾਨ ਨੇ 3.5 ਸਾਲ ਦੇ ਵਿੱਚ ਮਹਿੰਗਾਈ ਜਿਹੜੀ ਗਈ ਉੱਤੇ। ਉਹਦੇ ਤੋਂ ਬਾਅਦ ਫਿਰ ਇਹਦੀ ਹਕੂਮਤ ਜਿਹੜੇ ਅਦਮ ਇਤਮਾਦ ਦੇ ਜ਼ਰੀਏ ਖਤਮ ਹੋ ਗਈ ਹੈ ਅਤੇ ਫਿਰ ਦੂਜਿਆਂ ਬੰਦਿਆਂ ਨੇ ਹਕੂਮਤ ਲਈ ਹੈ। ਅਤੇ ਉਹ ਜਿੰਨਾ ਉਹਨਾਂ ਨੇ ਹਕੂਮਤ ਲਈ ਹੈ ਨਾ, ਉਹਨਾਂ ਕੋਲ ਵੀ ਫਿਰ ਮਹਿੰਗਾਈ ਕੰਟਰੋਲ ਨਹੀਂ ਹੋਈ। ਉਹਨਾਂ ਦੇ ਦੌਰ 'ਚ ਵੀ ਮਹਿੰਗਾਈ ਵੱਧਦੀ ਰਹੀ। ਅਤੇ ਇਸ ਤਰ੍ਹਾਂ ਮਹਿੰਗਾਈ ਜਿਹੜੀ ਹੈ ਹੁਣ ਇਸ ਵੇਲੇ ਟਾਪ 'ਤੇ ਚਲੀ ਗਈ ਹੈ, ਜਿਹੜਾ ਗਰੀਬ ਆਦਮੀ ਬਰਦਾਸ਼ਤ ਨਹੀਂ ਕਰ ਸਕਦੇ। ਯਾਨੀ ਕਿ ਤੁਹਾਡਾ ਮਤਲਬ ਹੈ ਸਾਰਿਆਂ ਰਲ ਮਿਲ ਕੇ ਮਹਿੰਗਾਈ ਕੀਤੀ, ਕਿਸੇ ਇੱਕ ਬੰਦੇ ਦੀ, ਯਾਨੀ ਕਿ ਕਿਸੇ ਇੱਕ ਬੰਦੇ ਨੂੰ ਤੁਸੀਂ ਨਹੀਂ ਕਹਿ ਸਕਦੇ ਜੀ ਸਿਰਫ ਇਮਰਾਨ ਖਾਨ ਹੀ ਕੀਤੀ ਹੈ। ਜਿਹੜੇ ਬਾਅਦ ਵਿੱਚ ਆਏ ਨੇ ਮਹਿੰਗਾਈ ਕੰਟਰੋਲ ਕਰ, ਉਹਨਾਂ ਦਾ ਵੀ ਕਸੂਰ ਹੈ। ਉਹਨਾਂ ਕੋਲ ਵੀ ਕੰਟਰੋਲ ਨਹੀਂ ਹੋਈ ਜੀ ਬਿਲਕੁਲ। ਲੇਕਿਨ ਦੁਬਾਰਾ ਉਹਨੂੰ ਸਾਡੇ ਆਵਾਮ ਨੇ ਕਹਿ ਲਓ ਜਾਂ ਇਦਾਰਿਆਂ ਨੇ ਕਹਿ ਲਓ, ਦੁਬਾਰਾ ਸ਼ਹਿਬਾਜ਼ ਸ਼ਰੀਫ ਨੂੰ ਦੁਬਾਰਾ ਗਵਰਨਮੈਂਟ ਦਿੱਤੀ। ਹਾਲਾਂਕਿ 16 ਮਹੀਨੇ ਜਿਹੜੇ ਗੁਜ਼ਰੇ ਨੇ ਉਹਦੇ 'ਚ ਤੇ ਹਦੂਦ ਮਹਿੰਗਾਈ ਹੋਈ ਹੈ ਨਾ, ਇੱਕਦਮ ਡਾਲਰ ਜਿਹੜਾ ਹੈ 160 ਤੇ 300 ਤੱਕ ਚਲਾ ਗਿਆ। ਦੀਗਰ ਚੀਜ਼ਾਂ ਪੈਟਰੋਲ ਵੀ 150 ਰੁਪਏ ਪਰ ਲੀਟਰ ਵੱਧ ਗਿਆ। ਚੀਜ਼ਾਂ ਦੇਖ ਲਓ, ਆਇਲ ਦੇਖ ਲਓ, ਚਾਵਲ ਦੇਖ ਲਓ, ਹਰ ਚੀਜ਼। ਤੇ ਕਿਆ ਸਮਝਦੇ ਹੋ ਕਿ ਦੁਬਾਰਾ ਸ਼ਹਿਬਾਜ਼ ਸ਼ਰੀਫ ਨੇ ਗਲਤੀ ਨਹੀਂ ਕੀਤੀ ਗਵਰਨਮੈਂਟ ਲੈ ਕੇ, ਜਾਂ ਸ਼ਹਿਬਾਜ਼ ਸ਼ਰੀਫ ਖੁਸ਼ ਰਹਿੰਦੇ ਨੇ ਗਵਰਨਮੈਂਟ 'ਚ? ਇਹ ਦੇਖੋ ਜੀ, ਇਹ ਆਵਾਮ ਜਿਹੜੀ ਹੈ ਜਿਹਨੂੰ ਵੋਟ ਦਿੰਦੀ ਹੈ ਉਹ ਹੀ ਫਿਰ ਆਉਂਦਾ ਹੈ। ਉਹ ਫਿਰ ਅਗਰ ਕੰਮ ਕਰਦਾ ਤੇ ਅੱਗੋਂ ਵੀ ਉਹ ਹੀ ਆਵੇਗਾ। ਜੇ ਉਹਨੇ ਕੰਮ ਨਾ ਕੀਤਾ ਤਾਂ ਆਵਾਮ ਉਹਨਾਂ ਨੂੰ ਵੀ ਰਿਜੈਕਟ ਕਰ ਦੇਗੀ। ਠੀਕ ਹੈ, ਜਿਹੜੇ ਫਿਰ ਆਵਾਮ ਜਿਸ ਵੇਲੇ ਇਲੈਕਸ਼ਨ ਅਗਲਾ ਹੋਵੇਗਾ, ਆਵਾਮ ਨੂੰ ਜਿਹੜੇ ਬੰਦੇ ਪਸੰਦ ਆਉਣਦੇ ਉਹਨਾਂ ਨੂੰ ਅੱਗੇ ਲੈ ਆਵੇਗੀ। ਉਹ ਫਿਰ ਬੰਦੇ ਜਿਹੜੇ ਨੇ ਆ ਕੇ ਅਗਰ ਉਹਨਾਂ ਵੀ ਕੰਮ ਕੀਤੇ ਤਾਂ ਉਹ ਰਹਿਣ ਦੇ, ਨਹੀਂ ਕੀਤੇ ਤਾਂ ਉਹ ਵੀ ਜਿਹੜੇ ਖਤਮ ਹੋ ਜਾਣ ਦੇ। ਇਸ ਤਰ੍ਹਾਂ ਜਿਹੜਾ ਨਾ ਮਹਿੰਗਾਈ, ਇਹਦਾ ਹੱਲ ਹੋਣਾ ਚਾਹੀਦਾ ਹੈ ਕਿ ਮਹਿੰਗਾਈ ਜਿਹੜੀ ਹੈ ਖ਼ਤਮ ਹੋਣੀ ਚਾਹੀਦੀ ਹੈ। ਅਤੇ ਇਸ ਹਕੂਮਤ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਹਿੰਗਾਈ ਨੂੰ ਮਜ਼ੀਦ ਘੱਟ ਕਰੇ ਅਤੇ ਗਰੀਬ ਆਵਾਮ ਨੂੰ ਰਿਲੀਫ ਦੇ। ਨਹੀਂ, ਤੁਸੀਂ ਸਮਝਦੇ ਹੋ ਸ਼ਹਿਬਾਜ਼ ਸ਼ਰੀਫ ਦੀ ਜਿਹੜੀ ਸਾਬਕਾ ਕਾਰਕਰਦਗੀ ਸੀ, ਖਸੂਸਨ ਜਿਹੜੇ 1.5 ਸਾਲ 16 ਮਹੀਨੇ ਨੇ ਇਮਰਾਨ ਖਾਨ ਦੇ ਲਏ ਸਨ ਅਦਮ ਇਤਮਾਦ ਤੋਂ ਬਾਅਦ, ਇਹ ਵਾਕਈ ਕੁਛ ਕਰਨ 'ਚ ਕਾਮਯਾਬ ਹੋਇਆ ਕਿ ਮਜ਼ੀਦ? ਨਹੀਂ, ਇਹਨਾਂ ਨੇ ਮੇਰੇ ਹਿਸਾਬ ਨਾਲ ਜਿਹੜਾ ਨਾ ਪੂਰਾ ਹਕੂਮਤ ਸ਼ੁਮਤ ਚਲਾਈ ਹੈ, ਲੇਕਿਨ ਇਹਨਾਂ ਕੋਲੋਂ ਨਾ ਕੋਈ ਕੰਮ ਜਿਹੜਾ ਨਾ ਕਰਨਾ ਚਾਹੀਦਾ ਸੀ ਤਰੱਕੀ ਵਾਲਾ, ਉਹ ਵੀ ਸ਼ਾਇਦ ਨਹੀਂ ਕੀਤਾ। ਅਤੇ ਉਹਦੇ ਤੋਂ ਇਲਾਵਾ ਜਿਹੜੀ ਗੌਰਮੈਂਟ ਹੈ ਕੰਮ ਸ਼ਮ ਜਿਹੜੇ ਨੇ ਨਾ ਉਹ ਵੀ ਜਿਹੜੇ ਨੇ ਨਹੀਂ ਕੀਤੇ। ਅਤੇ ਉਹਦੇ ਤੋਂ ਬਾਅਦ ਫਿਰ ਜਿਹੜਾ 2 ਸਾਲ ਉਹ ਖ਼ਤਮ ਹੋ ਗਏ ਨੇ। ਉਸੇ ਤਰ੍ਹਾਂ ਜਿਉਂ ਕਿ ਤੂੰ ਹੀ ਮਹਿੰਗਾਈ ਰਹੀ ਹੈ ਅਤੇ ਫਿਰ ਨਵੇਂ ਇਲੈਕਸ਼ਨ ਹੋਏ ਨੇ ਅਤੇ ਫਿਰ ਨਵੇਂ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਜਿਹੜੇ ਨਾ ਆ ਗਏ ਨੇ। ਹੁਣ ਇਹਨਾਂ ਨੂੰ ਮਹਿੰਗਾਈ ਨੂੰ ਘੱਟ ਕਰਨਾ ਚਾਹੀਦਾ ਅਤੇ ਗਰੀਬ ਆਦਮੀ ਦੀਆਂ ਦੁਆਵਾਂ ਵੀ ਲੈਣੀਆਂ ਚਾਹੀਦੀਆਂ ਨੇ ਅਤੇ ਉਹਨਾਂ ਨੂੰ ਰਿਲੀਫ ਵੀ ਦੇਣਾ ਚਾਹੀਦਾ। ਯਾਨੀ ਕਿ ਤੁਸੀਂ ਸਮਝਦੇ ਹੋ ਕਿ ਅਗਰ ਇਹ 1.5 ਸਾਲ ਗਵਰਨਮੈਂਟ ਨਾ ਕਰਦੇ ਇਮਰਾਨ ਖਾਨ ਦੀ ਜਿਹੜੀ ਬਕੀਆ ਸੀ, ਅਤੇ ਇਹਨਾਂ ਨੂੰ ਅੱਗੋਂ 5 ਸਾਲ 10 ਸਾਲ ਮਜ਼ੀਦ ਇਹਨਾਂ ਲੱਭਣੀ ਸੀ ਬਗੈਰ ਕਿਸੇ। ਜਿਹੜੀ ਉਹਨਾਂ 1.5 ਸਾਲ ਕੀਤੀ ਹੈ ਉਹ ਬੜੀ ਵੱਡੀ ਗਲਤੀ ਕੀਤੀ ਹੈ। ਕੀ ਇਹ ਸਮਝਦੇ ਹੋ ਕਿ ਇਹਨਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ? ਖਸੂਸਨ ਜਿਹੜੇ ਪੀਪਲ ਪਾਰਟੀ ਨਾਲ ਮਿਲ ਕੇ ਇਹਨਾਂ ਨੇ PDM ਬਣਾਈ, ਕਿਆ ਉਹ ਗਲਤੀ ਨਹੀਂ ਸੀ? ਇਹ ਅਸੀਂ ਕੁਝ ਨਹੀਂ ਕਹਿ ਸਕਦੇ। ਇਹਦੇ ਵਿੱਚ ਇਹ ਤਰੀਕਾਕਾਰ ਹੈ ਕਿ ਇੱਕ ਲੀਗਲ ਤਰੀਕਾਕਾਰ ਹੈ ਕਿ ਤੁਸੀਂ ਅਦਮ ਇਤਮਾਦ ਲਿਆਓ ਅਤੇ ਤੁਸੀਂ ਹਕੂਮਤ ਪਹਿਲੀ ਨੂੰ ਖ਼ਤਮ ਕਰ ਸਕਦੇ ਹੋ ਜੀ। ਇਹ ਕੋਈ ਗਲਤੀ ਨਹੀਂ ਹੈ। ਇਹ ਹਕੂਮਤਾਂ ਜਿਹੜੀਆਂ ਨੇ ਇਸ ਤਰ੍ਹਾਂ ਦੁਨੀਆ ਦੇ ਵਿੱਚ ਵੀ ਚੇਂਜ ਹੁੰਦੀਆਂ ਰਹਿੰਦੀਆਂ ਨੇ ਅਤੇ ਪਾਕਿਸਤਾਨ ਦੇ ਵਿੱਚ ਵੀ ਚੇਂਜ ਹੋਈ। ਅਤੇ ਇਹ ਜਿਹੜਾ ਇਹ ਕੋਈ ਖਾਸ ਗਲਤੀ ਇਹ ਹੋਈ ਹੈ ਕਿ ਅਗਰ ਅਦਮ ਇਤਮਾਦ ਨਾ ਲਿਆਂਦੇ, 1.5 ਸਾਲ ਇਮਰਾਨ ਖਾਨ ਦੀ ਗਵਰਨਮੈਂਟ ਰਹਿ ਗਈ ਸੀ, ਕੰਮ ਉਹਦੇ ਕੋਲ ਹੋ ਨਹੀਂ ਸੀ ਰਿਹਾ ਬਕੌਲ ਤੁਹਾਡੇ ਜਾਂ ਜਿਸ ਤਰ੍ਹਾਂ ਵੀ ਹੈ।
ਅਗਰ ਉਹ 1.5 ਸਾਲ ਆਪਣੇ ਲਾ ਜਾਂਦਾ ਅੱਗੋਂ ਆਵਾਮ ਨੇ ਉਹਨੂੰ ਵੋਟ ਦੇਣੀ ਨਹੀਂ ਸਨ, ਅਦਮ ਇਤਮਾਦ ਦੀ ਜ਼ਰੂਰਤ ਹੀ ਨਹੀਂ ਸੀ। ਦੇਖੋ ਜੀ, ਮੈਂ ਸਮਝਣਾ ਕਿ ਜਿਹੜਾ ਇਹਨੇ ਦੋ ਹਕੂਮਤਾਂ ਪੰਜਾਬ ਦੀ ਤੇ ਉਹ ਵੀ ਤਰੋੜ ਕੇ ਤੇ ਬੜੀ ਗਲਤੀ ਕੀਤੀ। ਇਹਨੂੰ ਚਾਹੀਦਾ ਸੀ ਇਹ 2 ਹਕੂਮਤਾਂ ਤੇ ਕਮ ਸੇ ਕਮ ਚਲਦੀਆਂ ਰਹਿਣ ਦਿੰਦਾ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ 5 ਸਾਲ ਦੇ ਪੂਰੇ ਹੋ ਜਾਂਦੇ। ਇਹਨਾਂ ਜਿਹੜੇ ਸੂਬਿਆਂ ਦੇ ਵਿੱਚ ਆਪਣੀ ਕਾਰਗਰਦਗੀ ਨੂੰ ਬਿਹਤਰ ਕਰਦਾ ਤੇ ਹੋ ਸਕਦਾ ਵੀ ਜਿਸ ਵੇਲੇ ਨਵੇਂ ਇਲੈਕਸ਼ਨ ਆਏ ਨੇ ਇਹਦੇ ਵਿੱਚ ਜਿਹੜਾ ਇਹਨੂੰ ਚਾਂਸ ਮਿਲ ਜਾਂਦਾ। ਇਹਨੇ 3.5 ਸਾਲ ਹੁਕੂਮਤ ਕੀਤੀ ਹੈ ਤੇ ਫਿਰ ਉਹਦੇ ਤੋਂ ਬਾਅਦ ਇਹਨੇ ਹੁਕੂਮਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪੂ ਜੀ, ਖੁਦ ਬਖੁਦ। ਕਿਉਂ ਕਿ ਇਹਦੀ ਹੁਕੂਮਤ ਪੰਜਾਬ ਵਿੱਚ ਸੀ, ਇਹਦੀ ਹੁਕੂਮਤ ਜਿਹੜੀ ਹੈ ਖੈਬਰ ਪਖਤੂਨਖਵਾ ਵਿੱਚ ਵੀ ਸੀ ਤੇ ਇਹਨਾਂ ਨੂੰ ਇਹ ਨਹੀਂ ਸੀ ਖ਼ਤਮ ਕਰਨੀਆਂ ਚਾਹੀਦੀਆਂ ਕਿ ਇਹਨਾਂ ਇੱਕ ਹੀ ਕਿਹਾ ਕਿ ਇਲੈਕਸ਼ਨ ਕਰਾਓ, ਇਲੈਕਸ਼ਨ ਕਰਾਓ, ਇਲੈਕਸ਼ਨ ਕਰਾਓ। ਇਲੈਕਸ਼ਨ ਜਿਹੜੇ ਨੇ ਜਿਸ ਵੇਲੇ ਟਾਈਮ ਪੂਰਾ ਹੋ ਜਾਂਦਾ ਉਹਦੇ ਤੋਂ ਬਾਅਦ ਇਲੈਕਸ਼ਨ ਹੁੰਦੇ ਨੇ ਤੇ ਫਿਰ ਜੀ ਨਹੀਂ ਦੇਖੋ ਪੰਜਾਬ ਦੀ ਗੌਰਮੈਂਟ ਦੇ ਨੇ ਤਾਂ ਥੋੜੀ ਨਾ ਕਹਿੰਦਾ ਮੈਂ ਬਲੈਕਮੇਲ ਹੋ ਰਿਹਾ। ਮਸਲਨ ਤੁਹਾਨੂੰ ਵੀ ਸੂਰਤ ਹਾਲ ਦਾ ਪਤਾ ਹੈ, ਇੱਕ ਦਿਨ ਇਲੈਕਸ਼ਨ ਹੋ ਰਹੇ ਨੇ, ਹਮਜ਼ਾ ਜਿੱਤ ਰਿਹਾ, ਦੂਜੇ ਦਿਨ ਉਹਦੇ ਖਿਲਾਫ ਪਟੀਸ਼ਨ ਆ ਰਹੀ ਹੈ, ਫਿਰ ਜਿੱਤ ਰਿਹਾ ਪਰਵੇਜ਼ ਲਾਈ, ਫਿਰ ਮਾਰਿਆ ਕੁੱਟਿਆ ਜਾ ਰਿਹਾ, ਫਿਰ ਹਮਜ਼ਾ ਜਿੱਤ ਰਿਹਾ। ਯਾਨੀ ਕਿ ਨਾ ਇਹਨਾਂ ਨੂੰ ਬੈਠਿਆ ਦਿੱਤਾ ਜਾ ਰਿਹਾ, ਨਾ ਉਹਨਾਂ ਨੂੰ ਮੈਜੋਰਟੀ ਕਿਸੇ ਕੋਲ ਨਹੀਂ। 10 ਇੱਧਰ ਜਾ ਰਹੇ ਨੇ, 10 ਇੱਧਰ ਜਾ ਰਹੇ ਨੇ ਤੇ ਉਹ ਬਿਹਤਰ ਨਹੀਂ ਸੀ ਗੌਰਮੈਂਟ ਤੋੜ ਕੇ ਇੱਕ ਅੱਛੀ ਗੌਰਮੈਂਟ ਆਉਂਦੀ, ਜ਼ਿਆਦਾ ਭਾਵੇਂ ਉਹਨਾਂ ਨੂੰ ਆ ਜਾਂਦੀ, ਭਾਵੇਂ ਇਮਰਾਨ ਖਾਨ ਨੂੰ ਆ ਜਾਂਦੀ। ਇਹ ਤਾਂ ਬਲੈਕਮੇਲਿੰਗ ਤੇ ਤੋੜੀ ਨਾ ਇਹਨਾਂ ਨੇ ਗੌਰਮੈਂਟ ਪੰਜਾਬ ਦੀ ਕਿ ਯਾਰ ਦੇਣੀ ਤਾਂ ਸਾਨੂੰ ਦਿਓ, ਨਹੀਂ ਤੇ ਉਹਨਾਂ ਨੂੰ ਦਿਓ, ਕਿਸੇ ਇੱਕ ਨੂੰ ਇਹ ਦਰਮਿਆਨ 'ਚ ਨਾ ਰੱਖੋ। ਕੀ ਕਹਿੰਦੇ ਹੋ? ਮਹਾਰਾਜ ਜੀ, ਮੈਂ ਇਹ ਸਮਝਣਾ ਕਿ ਜਿਹੜਾ ਹਕੂਮਤ ਨੂੰ ਨਹੀਂ ਸੀ ਤੋੜਨਾ ਚਾਹੀਦਾ, ਉਹਨੂੰ ਵੀ ਨਹੀਂ ਸਿਰ ਤੋੜਨਾ ਚਾਹੀਦਾ। ਆਪਣੀ ਕਾਰਗਰਦਗੀ ਉਹਦੇ ਕੋਲ ਕੰਮ ਨਹੀਂ ਹੋਇਆ 3.5 ਸਾਲ, ਅਗਰ ਸਹੀ ਨਹੀਂ ਹੋਇਆ ਤੇ ਇਹ ਜਿਹੜਾ ਉਹਦੇ ਕੋਲ 2 ਸਾਲ ਰਹਿ ਗਏ ਸਨ ਇਹਦੇ ਵਿੱਚ ਦੋਵਾਂ ਸੂਬਿਆਂ 'ਚ ਅੱਛੀ ਕਾਰਗਰਦਗੀ ਕਰਦਾ ਤੇ ਕਮ ਸੇ ਕਮ ਇਹਦੇ 'ਚ ਜਿੱਤ ਜਾਂਦਾ ਨਾ ਤੇ ਫਿਰ ਇਹਦੀ ਹਕੂਮਤ ਇਹ ਸੂਬਿਆਂ ਦੇ ਵਿੱਚ ਹੁੰਦੀ। ਯਾਨੀ ਕਿ ਖੁਦ ਤੋੜੀ ਆਪਣੀ ਗੌਰਮੈਂਟ, ਯਾਨੀ ਆਪਣੀ ਗੌਰਮੈਂਟ। ਮੈਂ ਇਹ ਸਮਝਣਾ ਕਿ ਇਹਨੇ ਆਪਣੀ ਗੌਰਮੈਂਟ ਨੂੰ ਖੁਦ ਤੋੜਿਆ। ਪਹਿਲੀ ਜਿਹੜੀ ਹੈ ਚਲੋ ਉਹ ਤਾਂ ਅਦਮ ਇਤਮਾਦ ਨਾਲ ਗਈ, ਜਿਹੜੀ ਛੋਟੀਆਂ ਹੁਕੂਮਤਾਂ ਨੇ ਇਹ ਤਾਂ ਇਹਨੇ ਖੁਦ ਤੋੜੀਆਂ ਨੇ ਤੇ ਫਿਰ ਇਲੈਕਸ਼ਨ ਜਿਹੜਾ ਉਹ ਨਹੀਂ ਹੋਇਆ। ਇਲੈਕਸ਼ਨ 'ਚ ਫਿਰ ਟਾਈਮ ਹੋਇਆ ਤੇ ਉਸ ਵੇਲੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਮਰਾਨ ਖਾਨ। ਨਹੀਂ ਤੇ ਇਹਨੂੰ ਜਿਹੜਾ ਲੈਟਰ ਦਾ ਜ਼ਿਕਰ ਹੈ ਉਹ ਲੈਟਰ ਕੀ ਕਹਿੰਦੇ ਹੋ, ਗਲਤ ਹੈ ਸਹੀ ਹੈ? ਲੈਟਰ ਜਿਹੜਾ ਹੈ ਉਹਦੇ ਮੁਤਲਕ ਜਿਹੜਾ ਅਸੀਂ ਕੁਝ ਨਹੀਂ ਜਾਣਦੇ ਤੇ ਜਿਹੜਾ ਇਹ ਤਰੀਕਾਕਾਰ ਹੈ ਪਾਕਿਸਤਾਨ ਦੇ ਵਿੱਚ ਉਹ ਇਹ ਹੀ ਹੈ ਕਿ ਅਦਮ ਇਤਮਾਦ ਨਾਲ ਜਿਹੜੀ ਹੁਕੂਮਤ ਤਬਦੀਲ ਕੀਤੀ ਜਾ ਸਕਦੀ ਹੈ ਤੇ ਦੂਜੀ ਆਉਂਦੀ ਹੁਕੂਮਤ ਤੇ ਫਿਰ ਉਹ ਟਾਈਮ ਵੀ ਪੂਰਾ ਕਰਦੀ ਹੈ, ਉਹ ਜਿਹੜਾ ਕੰਮ ਨਹੀਂ ਕਰਦੀ। ਉਹ ਫਿਰ ਜਿਸ ਵੇਲੇ ਇਲੈਕਸ਼ਨ ਹੋਣਗੇ ਤੇ ਫਿਰ ਉਹ ਆਵੇਗੀ ਤੇ ਫਿਰ ਉਹ ਕੰਮ ਸ਼ੁਰੂ ਕਰੇਗੀ ਤੇ ਇਸ ਤਰ੍ਹਾਂ ਪਾਕਿਸਤਾਨ ਵੀ ਪਿੱਛੇ ਜਾ ਰਿਹਾ ਹੈ। ਅਦਮ ਇਤਮਾਦ ਦੇ ਉੱਤੇ ਸਾਰੇ ਇਹ ਕਹਿੰਦੇ ਨੇ ਕਿ ਅਦਮ ਇਤਮਾਦ ਆਂਦੀ ਉਸ ਵਕਤ ਹੈ ਜਿਸਲੇ ਕੋਈ ਅਦਾਰਾ ਇਸਟੈਬਲਿਸ਼ਮੈਂਟ ਜਾਂ ਕੋਈ ਵੀ ਅਦਾਰਾ ਉਹਨੂੰ ਸਪੋਰਟ ਕਰਦਾ ਹੈ, ਵਗਰਨਾ ਅਦਮ ਇਤਮਾਦ ਆਂਦੀ ਨਹੀਂ। ਤੁਸੀਂ ਅਗਰ ਹੁਣ ਦੇ ਬਿਆਨ ਸੁਣ ਲਓ ਫਜ਼ਲੁਰ ਰਹਿਮਾਨ ਸਾਹਿਬ ਦੇ, ਜਵੇਦ ਲਤੀਫ PMLN ਦੇ, ਸ਼ਾਹਿਦ ਹਕਾਨ ਅਬਾਸੀ ਦੇ, ਦੀਗਰ ਮੈਂ ਤੁਹਾਨੂੰ ਬੜੇ ਨਾਮ ਗਿਣਾ ਸਕਣਾ। ਉਹ ਕਹਿੰਦੇ ਨੇ ਅਸੀਂ ਅਦਮ ਇਤਮਾਦ ਨਹੀਂ ਸੀ ਲੈਣਾ ਚਾਹੁੰਦੇ, ਕਿਸੇ ਦੇ ਕਹਿਣ 'ਤੇ ਲਿਆਂਦੇ ਨੇ। ਤੇ ਕਿਆ ਇਹ ਕਿਸਮ ਦੀ ਉਹਦੇ ਖਿਲਾਫ ਸਾਜ਼ਿਸ਼ ਨਹੀਂ ਸੀ? ਕਿਉਂਕਿ ਸਬੂਤ ਮੌਜੂਦ ਨੇ ਨਾ। ਇਹ ਮੈਂ ਸਮਝਦਾ ਜੀ ਇਹ ਤਰੀਕਾਕਾਰ ਜਿਹੜਾ ਨਾ ਹੈ ਲੀਗਲ ਹੈ, ਜਿਹੜਾ ਮੇਰਾ ਮਤਲਬ ਹੈ ਜਿਹਦੇ ਵਜ੍ਹਾ ਨਾਲ ਤੁਸੀਂ ਅਦਮ ਇਤਮਾਦ ਲਿਆਉਂਦੇ ਹੋ। ਪਿੱਛੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਯਾਨੀ ਕਿ ਤੁਸੀਂ ਮਜ਼ੀਦ ਅੱਛਾ ਚਲੋ ਤੁਸੀਂ ਮਾਜ਼ੀ ਦੀਆਂ ਵੀ ਗੌਰਮੈਂਟਾਂ ਦੇਖੀਆਂ ਨੇ ਜੀ ਜੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਿਹਦੀ ਗੌਰਮੈਂਟ ਜ਼ਿਆਦਾ ਤੁਹਾਨੂੰ ਅੱਛੀ ਲੱਗੀ ਹੈ? ਭੁੱਟੋ ਸੀ, ਯਾਹੀਆ ਸੀ, ਅਯੂਬ ਸੀ, ਜਿਤਨੇ ਵੀ ਨਾਮ, ਮੈਂ ਤਾਂ ਇਤਨੇ ਨਹੀਂ ਦੇਖੇ। ਜੀ ਜੀ ਜੀ, ਕਿਹਦੀ ਗੌਰਮੈਂਟ ਅੱਛੀ ਸੀ? ਭੱਟੋ ਸਾਹਿਬ ਨੇ ਵੀ ਜਿਹੜਾ ਨਾ ਆਪਣਾ ਉਹਨਾਂ ਜਦੋਂ ਹੁਕੂਮਤ ਸੀ ਉਹਨਾਂ ਦੀ ਹੁਕੂਮਤ 'ਚ ਅੱਛੀ ਚੱਲੀ ਹੈ। ਉਹਨਾਂ ਕੰਮ ਵੀ ਕੀਤੇ ਨੇ, ਇੱਕ ਬੜਾ ਵੱਡਾ ਕੰਮ ਕੀਤਾ ਜਿਹੜੇ ਨੇ ਮਰਜ਼ਾਈ ਇਹਨਾਂ ਨੂੰ ਉਹਨਾਂ ਕਾਫਰ ਡਿਕਲੇਅਰ ਕੀਤਾ ਤੇ ਉਹਨਾਂ ਕਿਹਾ ਸੀ ਕਿ ਜਿਹੜਾ ਮੈਂ ਅੱਜ ਉਹਨਾਂ ਨੂੰ ਕਾਫਰ ਤੇ ਡਿਕਲੇਅਰ ਕਰ ਦਿੱਤਾ ਲੇਕਿਨ ਮੈਂ ਆਪਣੇ ਮੌਤ ਦੇ ਪਰਵਾਨੇ ਤੇ ਖੁਦ ਦਸਤਖਤ ਕੀਤੇ ਜੀ। ਠੀਕ ਹੈ, ਉਹਨਾਂ ਵੀ ਕੰਮ ਬੜੇ ਕੀਤੇ ਨੇ, ਅੱਛੇ ਕੀਤੇ ਨੇ, ਲੇਕਿਨ ਹਰ ਇਨਸਾਨ ਕੋਲੋਂ ਗਲਤੀਆਂ ਹੋ ਜਾਂਦੀਆਂ। ਇਨਸਾਨ ਖਤਾ ਦਾ ਪੁਤਲਾ, ਉਹਨਾਂ ਕੋਲੋਂ ਗਲਤੀ ਹੋਈ ਤੇ ਉਹਦਾ ਫਿਰ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਨਹੀਂ ਕੀ ਗਲਤੀ? ਮਸਲਨ ਮਨ ਤੇ ਨਹੀਂ ਇਲਮ, ਤੁਸੀਂ ਖਸੂਸੀ ਗੱਲ ਉਹ ਇਹ ਹੀ ਆਖਦੇ ਨੇ ਬੰਦੇ ਕਿ ਉਦੋਂ ਜਿਹੜਾ ਨਾ ਮੁਜੀਬੁਰ ਰਹਿਮਾਨ ਉਹਦੀਆਂ ਸੀਟਾਂ ਜ਼ਿਆਦਾ ਸਨ ਤੇ ਇਹਦੀਆਂ ਸੀਟਾਂ ਥੋੜ੍ਹੀਆਂ ਸਨ ਤੇ ਉਹਨਾਂ ਵਜ਼ੀਰ ਆਜ਼ਮ ਜਿਹੜਾ ਨਾ ਪੂਰੇ ਪਾਕਿਸਤਾਨ ਦਾ, ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਦਾ ਨਾਲ ਆਪਣਾ ਵਜ਼ੀਰ ਆਜ਼ਮ ਹੈ ਉਹ ਮੁਜੀਬੁਰ ਰਹਿਮਾਨ ਨੂੰ ਹੋਣਾ ਚਾਹੀਦਾ ਸੀ ਕਾਇਦੇ ਕਾਨੂੰਨ ਦੇ ਮੁਤਾਬਕ। ਲੇਕਿਨ ਇਹ ਜਿਹੜਾ ਹੈ ਇਹ ਨਹੀਂ ਹੋ ਸਕਿਆ। ਯਾਨੀ ਕਿ ਗਲਤੀ ਤੁਸੀਂ ਭੁੱਟੋ ਹੀ ਤਸਲੀਮ ਕਰਦੇ ਹੋ? ਅਸੀਂ ਜਿਹੜਾ ਨਾ ਸਾਸੀ ਤੇ ਕੋਈ ਜ਼ਿਆਦਾ ਸਿਆਸਤ 'ਤੇ ਨਜ਼ਰ ਨਹੀਂ ਰੱਖਦੇ, ਲੇਕਿਨ ਗਲਤੀਆਂ ਹਰ ਬੰਦੇ ਕੋਲ ਹੁੰਦੀਆਂ ਨੇ ਤੇ ਗਲਤੀਆਂ ਜਿਹੜੀਆਂ ਨੇ ਉਹਨਾਂ ਦਾ ਫਿਰ ਖਮਿਆਜ਼ਾ ਭੁਗਤਣਾ ਪੈਂਦਾ ਹੈ, ਗਲਤੀ ਦੀ ਸਜ਼ਾ ਹੁੰਦੀ।
ਅੱਛਾ, ਉਸ ਤੋਂ ਬਾਅਦ ਕਿਹਦੀ ਗਵਰਨਮੈਂਟ ਅੱਛੀ ਸਮਝਦੇ ਹੋ, ਉਸ ਤੋਂ ਪਹਿਲੇ ਜਾਂ ਬਾਅਦ ਚ? ਉਸ ਤੋਂ ਬਾਅਦ ਮੈਂ ਜਿਹੜਾ ਮੇਰਾ ਜ਼ਾਤੀ ਖਿਆਲ ਹੈ ਕਿ ਮੈਂ ਜਿਹੜਾ ਨਵਾਜ਼ ਸ਼ਰੀਫ ਦੀ ਹਕੂਮਤ ਨੂੰ ਬਿਹਤਰ ਸਮਝਣਾ, ਜੀ ਕਿਉਂਕਿ ਉਹਨੇ ਲੋਕ ਕਹਿੰਦੇ ਜੀ ਉਹਨੇ ਖਾਧਾ, ਮੈਨੂੰ ਨਹੀਂ ਪਤਾ ਉਹਨੇ ਖਾਧਾ ਜਾਂ ਨਹੀਂ ਖਾਧਾ, ਲੇਕਿਨ ਕੰਮ ਉਹਦੇ ਜਿਹੜੇ ਨੇ ਨਜ਼ਰ ਆਉਂਦੇ ਨੇ। ਮਸਲਨ ਮੋਟਰਵੇ, ਹੋਰ ਕੁਝ ਚੰਦ ਕੰਮ ਨੇ ਉਹਨਾਂ ਦੇ ਜਿਹੜੇ ਮੀਟਰ ਹੋਏ, ਹੋਰ ਉਹ ਜਿਹੜੀ ਕਹਿੰਦੇ ਨੇ ਗ੍ਰੀਨ ਲਾਈਨ 'ਤੇ ਆਏ, ਹਾਂਜੀ, ਇਹ ਸਾਨੂੰ ਕੰਮ ਨਜ਼ਰ ਆਉਂਦੇ ਨੇ ਉਹਨਾਂ ਦੇ। ਅਤੇ ਇਹ ਹੀ ਹਰ ਬੰਦੇ 'ਤੇ ਇਲਜ਼ਾਮ ਲੱਗਦਾ ਕਿ ਇਹ ਖਾਂਦਾ ਜੀ, ਲੇਕਿਨ ਅਸੀਂ ਸਾਡੇ ਕੋਲ ਕੋਈ ਸਬੂਤ ਹੀ ਕੋਈ ਨਹੀਂ, ਅਸੀਂ ਕੀ ਕਹਿ ਸਕਦੇ ਹਾਂ? ਖਾਂਦਾ ਹੀ ਹੋਵੇਗਾ ਜਨਾਬ, ਹੋ ਸਕਦਾ ਖਾਂਦਾ ਹੋਵੇ, ਹੋ ਸਕਦਾ। ਯਾਨੀ ਕਿ ਤੁਹਾਨੂੰ ਜੇ ਅਗਰ ਓਵਰਆਲ ਦੇਖੋ ਤਾਂ ਤੁਹਾਨੂੰ ਉਹ ਪਸੰਦ ਹੈ? ਜੀ ਬਿਲਕੁਲ, ਸ਼ੁਰੂ ਤੋਂ ਪਸੰਦ ਨਹੀਂ, ਉਹਦਾ ਕੰਮ ਪਸੰਦ ਹੈ ਸਾਨੂੰ। ਉਹ ਜ਼ਾਤੀ ਤੌਰ 'ਤੇ ਕੋਈ ਪਸੰਦ ਨਹੀਂ। ਜ਼ਾਤੀ ਤੌਰ 'ਤੇ ਅਸੀਂ ਸਭ ਆਪਣੇ ਪਾਕਿਸਤਾਨ ਦੇ ਬੰਦਿਆਂ ਨਾਲ ਪਿਆਰ ਕਰ ਰਹੇ ਹਾਂ, ਸਭ ਸਿਆਸਤਦਾਨਾਂ ਨਾਲ ਪਿਆਰ ਕਰ ਰਹੇ ਹਾਂ, ਆਪਣੀ ਆਵਾਮ ਨਾਲ ਪਿਆਰ ਕਰ ਰਹੇ ਹਾਂ। ਅੱਛਾ, ਯਾਨੀ ਕਿ ਹੁਣ ਜਿਹੜੀ ਗਵਰਨਮੈਂਟ ਹੈ ਤਾਂ ਮਹਿੰਗਾਈ ਕਰ ਰਹੀ ਹੈ, ਇਹਦਾ ਜ਼ਿੰਮੇਵਾਰ ਸ਼ਹਿਬਾਜ਼ ਸ਼ਰੀਫ, ਨਵਾਜ਼ ਸ਼ਰੀਫ ਸਮਝਦੇ ਹੋ ਜਾਂ ਨਹੀਂ? ਕਿਉਂਕਿ ਗਵਰਨਮੈਂਟ ਪਿੱਛੇ ਬੈਠ ਕੇ ਨਵਾਜ਼ ਸ਼ਰੀਫ ਹੀ ਚਲਾ ਰਹੇ ਨੇ। ਚਲੋ ਨਵਾਜ਼ ਸ਼ਰੀਫ ਚਲਾ ਰਿਹਾ ਹੈ, ਇਹ 5 ਸਾਲ ਇਹਨਾਂ ਨੂੰ ਦਿਓ, 5 ਸਾਲ ਹੁਕੂਮਤ ਕਰਨ ਦਿਓ ਇਹਨਾਂ ਨੂੰ। ਉਹਦੇ ਤੋਂ ਬਾਅਦ ਜੇ ਇਹ ਕੰਮ ਨਾ ਕਰ ਸਕੇ ਤਾਂ ਇਹਨਾਂ ਨੂੰ ਆਮ ਖੁਦ ਉਤਾਰ ਦੇਗੀ, ਜਿਸ ਤਰ੍ਹਾਂ ਕਿ ਇਹਨਾਂ ਨੂੰ ਵੋਟ ਹੀ ਨਹੀਂ ਨਾ ਲੱਭੇ। ਮਜ਼ੀਦ ਸੀਟਾਂ 80 ਸੀਟਾਂ ਦੀ ਲੜਾਈ ਪਈ ਹੈ। ਨਹੀਂ, ਇਹ ਜੋ ਹੈ ਜੋ ਇਲੈਕਸ਼ਨ ਹੋ ਗਿਆ ਨਾ, ਇਹ ਤੁਸੀਂ ਦੱਸੋ, ਤੁਹਾਡੀ ਡਿਊਟੀ ਨਹੀਂ, ਮੇਰੀ ਡਿਊਟੀ ਨਹੀਂ, ਕਿਸੇ ਹੋਰ ਦੀ ਡਿਊਟੀ ਨਹੀਂ। ਇਹ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਕਿ ਇਲੈਕਸ਼ਨ ਦੇ ਨਤੀਜੇ ਦਾ ਰਿਜ਼ਲਟ ਪੇਸ਼ ਕਰਨਾ। ਉਹ ਜਿਹੜਾ ਪੇਸ਼ ਕਰਦਾ ਹੈ ਉਹਨੂੰ ਤੁਹਾਨੂੰ ਮੰਨਣਾ ਪਵੇਗਾ। ਕਹਿੰਦੇ ਨੇ ਜਿਹੜੇ ਲੋਕ ਨੇ, ਉਹ ਕਹਿੰਦੇ ਨੇ ਸਾਡੇ ਕੋਲ ਫਾਰਮ 45 ਸਾਡੇ ਕੋਲ ਹਰ ਵੋਟਿੰਗ ਸਟੇਸ਼ਨ ਦੇ ਅਸੀਂ ਜਿੱਤੇ ਆ। ਜੀ, ਲੇਕਿਨ ਜਿਹੜੇ ਸਾਰੇ ਰਿਜ਼ਲਟ ਇਕੱਠੇ ਕਰਕੇ ਅਸੀਂ 50,000 ਦੀ ਲੀਡ ਤੇ ਰਿਜ਼ਲਟ ਆਣਾ ਸੀ, ਅੱਗੋਂ 50,000 ਦੀ ਲੀਡ ਤੇ ਸਾਨੂੰ ਰਵਾ ਦਿੱਤਾ ਫਾਰਮ 47 'ਚ। ਇਹ ਸਾਡੇ ਨਾਲ ਜ਼ਿਆਦਤੀ ਹੈ। ਲੋਕ ਹਾਈ ਕੋਰਟ, ਸੁਪਰੀਮ ਕੋਰਟ ਗਏ ਨੇ, ਸੈਸ਼ਨ ਕੋਰਟ ਗਏ ਨੇ। ਉਹ ਜੀ ਉਹਦਾ ਬਿਹਤਰੀਨ ਹੱਲ ਹੈ ਕਿ ਅਗਰ ਇਹਨਾਂ ਨਾਲ ਧਾਂਦਲੀ ਹੋਈ ਹੈ ਜਾਂ ਇਹਨੇ ਸਮਝਦੇ ਨੇ ਕਿ ਸਾਡੇ ਨਾਲ ਇਹ ਹੋਇਆ ਜਾਂ ਫਾਰਮ ਇਹਨਾਂ ਕੋਲ ਹਨ ਨੇ, ਇਹ ਅਦਾਲਤ ਜਾਣ, ਸੁਪਰੀਮ ਕੋਰਟ ਦੇ ਵਿੱਚ ਜਾਣ ਤੇ ਸੁਪਰੀਮ ਕੋਰਟ ਫੈਸਲਾ ਕਰੇਗੀ ਕਿ ਇਹ ਬਿਲਕੁਲ ਜਿਹੜਾ ਕੌਣ ਜਿਹੜਾ ਉਹ MNA ਤੇ ਕੌਣ ਜਿਹੜਾ MPA ਤੇ ਉਹ ਨਾ ਕਲੀਅਰ ਕਰਨ। ਅਸੀਂ ਕੁਝ ਨਹੀਂ ਕਰ ਸਕਦੇ। ਆਵਾਮ ਦਾ ਕੰਮ ਹੈ ਸਿਰਫ ਵੋਟ ਪਾਉਣਾ। ਆਵਾਮ ਨੇ ਵੋਟ ਪਾ ਦਿੱਤੇ ਨੇ, ਅੱਗੋਂ ਰਿਜ਼ਲਟ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਅਨਾਊਂਸ ਕਰਨਾ। ਚਲੋ ਸ਼ੁਰੂ ਦਿਨ ਤੋਂ ਮੇਰੇ ਵਾਲਦੇ ਗ੍ਰਾਮੀ ਵੀ PMLN ਨੂੰ, ਕਿਉਂਕਿ ਉਸ ਵਕਤ PTI ਤੇ ਹੈ ਨਹੀਂ ਸੀ, PMLN ਸੀ ਜਾਂ ਪੀਪਲ ਪਾਰਟੀ ਸੀ। ਜਾਂ ਪੀਪਲ ਪਾਰਟੀ ਨੂੰ ਲੋਕ ਵੋਟ ਦਿੰਦੇ ਸਨ ਜਾਂ PML। ਇਹ ਹੀ ਲੜਾਈ ਸੀ। ਜਿਹੜੇ ਪੀਪਲ ਪਾਰਟੀ ਨੂੰ ਦਿੰਦੇ ਸਨ PML ਨੂੰ ਨਹੀਂ ਸੀ ਦਿੰਦੇ, ਮਰ ਜਾਂਦੇ ਸਨ, ਲੜਾਈ ਦੀ ਸੂਰਤ ਹਾਲ ਰਹਿੰਦੀ ਸੀ। ਜਿਹੜੇ PMLN ਨੂੰ ਦਿੰਦੇ ਸਨ ਪੀਪਲ ਪਾਰਟੀ, ਯਾਨੀ ਕਿ ਬੜੀ ਮੁਖਾਲਫਤ ਸੀ, ਲੜਾਈਆਂ ਸੀ, ਝਗੜੇ ਸਨ। ਲੇਕਿਨ ਅੱਜ ਇਹ ਦੋਨੋਂ ਇਕੱਠੇ ਹੋ ਗਏ ਨੇ। ਇਹਦੇ ਬਾਰੇ 'ਚ ਕੀ ਕਹੋਗੇ ਤੁਸੀਂ? ਇਹ ਇੱਕੋ ਗਾੜ ਦੇ ਉੱਤੇ ਸ਼ੇਰ ਤੇ ਬੱਕਰੀ ਪਾਣੀ ਪੀ ਰਹੀ ਹੈ। ਕਿਆ ਟੋਪੀ ਡਰਾਮਾ ਸੀ ਮਾਜ਼ੀ 'ਚ ਜਾਂ ਹੁਣ ਠੀਕ ਹੈ, ਹੁਣ ਟੋਪੀ ਡਰਾਮਾ? ਕੀ ਕਹਿੰਦੇ ਹੋ ਤੁਸੀਂ? ਸਾਡਾ ਤਾਂ ਖਿਆਲ ਹੈ ਜੀ ਇਤਫਾਕ ਦੇ ਵਿੱਚ ਬਹੁਤ ਬਰਕਤ ਹੈ। ਤੁਸੀਂ ਇੱਕ ਦੂਜੇ ਨਾਲ ਮੁਖਾਲਫ ਵੀ ਹੋਵੋ ਅਤੇ ਲੜਾਈ ਨਹੀਂ ਕਰਨੀ ਅਤੇ ਨਾ ਕਰਨੀ ਚਾਹੀਦੀ ਹੈ, ਅਤੇ ਨਾ ਜਿਹੜਾ ਬੇਹੁਦਾ ਜਿਹੜੀਆਂ ਨੇ ਗੱਲਾਂ ਕਰਨੀਆਂ ਚਾਹੀਦੀਆਂ ਨੇ। ਬਿਹਤਰ ਇਹ ਕਿ ਮਿਲ ਜੁਲ ਕੇ ਤੇ ਤੁਸੀਂ ਹੁਕੂਮਤ ਕਰੋ ਅਤੇ ਮੁਲਕ ਚਲਾਓ ਅਤੇ ਗਰੀਬ ਆਵਾਮ ਨੂੰ ਫਾਇਦਾ ਪਹੁੰਚਾਓ। ਮਿਲ ਜੁਲ ਕੇ ਫਿਰ ਇਮਰਾਨ ਖਾਨ ਨੂੰ ਵੀ ਮਿਲਾਓ ਨਾਲ। ਇਮਰਾਨ ਖਾਨ ਸਾਹਿਬ ਬਰਕਤ ਹੈ। ਇਮਰਾਨ ਖਾਨ ਜਿਹੜਾ ਉਹ ਮਿਲਣਾ ਨਹੀਂ ਚਾਹੁੰਦਾ, ਇਸ ਵਾਸਤੇ ਉਹਨਾਂ ਨੂੰ ਨਹੀਂ ਮਿਲਾ ਰਹੇ। ਉਹ ਕਹਿੰਦਾ ਮੈਂ ਆਪੋਜੀਸ਼ਨ ਦੇ ਵਿੱਚ ਬਹਿਣਾ ਜ਼ਿਆਦਾ ਪਸੰਦ ਕਰਨਾ, ਇਸ ਗੱਲੇ ਫਿਰ ਉਹ ਆਪੋਜੀਸ਼ਨ 'ਚ। ਇਹ ਮਿਲ ਕੇ ਦੋਨੋਂ ਹੁਕੂਮਤ ਚਲਾ ਰਹੇ ਨੇ। ਅਗਰ ਹੁਕੂਮਤ ਇਹ ਨਾ ਚਲਾ ਸਕੇ ਸਹੀ ਤਾਂ ਆਵਾਮ ਜਿਹੜੀ ਉਹ ਇਹਨਾਂ ਨੂੰ ਵੋਟ ਨਹੀਂ ਦੇਗੀ। ਹੁਕੂਮਤ ਤੇ ਫਲਾਪ ਹੋਈ ਨਾ 16 ਮਹੀਨਿਆਂ ਨਾਲ ਇਮਰਾਨ ਖਾਨ ਦੇ ਲਏ। ਅੱਗੋਂ 1.5 ਸਾਲ ਜਿਹੜਾ ਇਹਨਾਂ ਦਾ ਹੀ ਬਣਾਇਆ, ਕਾਕੜ ਸਾਹਿਬ ਸਨ, ਉਹਨਾਂ ਦੀ ਵੀ ਕੋਈ ਕੱਖ ਨਹੀਂ ਹੈ। ਉਹ ਜਿਹੜੀ ਇਹ ਚਲਾ ਤੇ ਇਹੋ ਹੀ ਰਹੇ ਸਨ ਨਾ ਕਾਕੜ ਸਾਹਿਬ ਜਿਹੜੇ ਨੇ ਨਾ, ਉਹ ਤੇ ਨਿਗਰਾਨ ਹੁਕੂਮਤ। ਨਿਗਰਾਨ ਹੁਕੂਮਤ ਦਾ ਇਤਨਾ ਹੀ ਕੰਮ ਹੁੰਦਾ ਹੈ ਕਿ ਆਉਂਦੀ ਇਲੈਕਸ਼ਨ ਕਰਾਉਂਦੀ ਇਤਕਾਲ ਟੁੱਟ ਜਾਂਦੀ। ਲੇਕਿਨ ਦੇਖੋ ਅਰਜ਼ ਹੈ ਵੇ, ਪਹਿਲੇ ਗਵਰਨਮੈਂਟ ਸੀ, ਇਮਰਾਨ ਖਾਨ ਤੋਂ ਜਿਹੜੇ 1.5 ਸਾਲ ਬਚਿਆ ਉਹ ਪੀਪਲ ਪਾਰਟੀ ਤੇ ਨੂਨ ਨੇ ਮਿਲ ਕੇ ਚਲਾਈ। ਠੀਕ ਹੈ, 14 ਜਮਾਤਾਂ ਸਾਡੀਆਂ 16 PDM 'ਚ ਮਿਲ ਕੇ ਸਾਰਿਆਂ ਚਲਾਈਆਂ। ਫਿਰ ਨਿਗਰਾਨ ਜਿਹੜੀ ਗਵਰਨਮੈਂਟ ਆਈ, ਇਹ ਵੀ ਦੋਵੇਂ ਮਿਲੇ ਹੀ ਸਨ। ਪੀਪਲ ਪਾਰਟੀ ਮੁਸਲਿਮ ਲੀਗ ਨੇ ਅੰਦਰ ਬੈਠ ਕੇ ਉਹਨੂੰ ਆਖਿਆ ਜੀ ਇਹਨੂੰ ਲਾਓ, ਸਾਡਾ ਬੰਦਾ ਹੈ, ਇਹ ਅਸੀਂ ਜੋ ਕਵਾਂਗੇ ਉਹ ਕਰੇਗਾ। ਫਿਰ ਇਹਨਾਂ ਆਪਣਾ ਬੰਦਾ ਲਾ ਲਿਆ 1.5 ਸਾਲ ਤੋਂ, ਜੋ ਉਹਨੇ ਹਰ ਕੰਮ ਕੀਤਾ, ਜੋ ਕਰ ਸਕਦਾ ਸੀ। ਇਹਨਾਂ ਦੇ ਬੰਦੇ ਫੜੇ, ਉਹਨਾਂ ਨੂੰ ਕੁਝ ਕੀਤਾ, ਉਹਨਾਂ ਨੂੰ ਅੰਦਰ ਡੱਕਿਆ, ਉਹਨਾਂ ਦੇ ਮੁਕੱਦਮੇ। ਇਮਰਾਨ ਖਾਨ ਤੇ 200 ਤੇ ਇਹ ਵੀ ਉਹਨਾਂ ਦਾ ਹੀ ਬੰਦਾ ਸੀ। ਅੱਗੋਂ ਫਿਰ ਇਹਨਾਂ ਦੀ ਆ ਗਈ ਹੁਣ। ਤੇ ਇਹ ਇਹਨਾਂ ਦਾ ਹੀ ਨਹੀਂ ਸੀ ਸਾਰਾ ਕੁਛ। ਦੇਖੋ ਜੀ, ਤੁਹਾਡੇ ਸਾਹਮਣੇ ਇਲੈਕਸ਼ਨ ਹੋਏ ਨੇ, ਗੌਰਮੈਂਟ ਦਾ 70 ਅਰਬ ਰੁਪਇਆ ਖਰਚ ਹੋਇਆ, ਅਤੇ ਇਹ ਇਮਰਾਨ ਖਾਨ ਕਹਿੰਦਾ ਸੀ ਇਲੈਕਸ਼ਨ ਹੋਣ, ਅਤੇ ਇਲੈਕਸ਼ਨ ਹੋ ਗਏ। ਹੁਣ ਜੋ ਇਲੈਕਸ਼ਨ ਆਏ ਨੇ, ਇਹਨਾਂ ਦੇ ਬੜੇ ਖੁਸ਼ਦਿਲੀ ਨਾਲ ਜਨਾਬ ਨਤਾਇਜ ਜਿਹੜੇ ਨੇ ਕਬੂਲ ਕਰਨੇ ਚਾਹੀਦੇ ਨੇ। ਅਤੇ ਅਗਰ ਧਾਂਦਲੀ ਹੋਈ ਹੈ ਤਾਂ ਅਦਾਲਤ ਦੇ ਵਿੱਚ ਜਾਣਾ ਚਾਹੀਦਾ ਇਹਨਾਂ ਨੂੰ, ਅਤੇ ਆਪਣਾ ਹੱਕ ਲੈਣਾ ਚਾਹੀਦਾ। ਨਹੀਂ, ਉਹ ਤੇ ਧਾਂਦਲੀ ਇਹ ਫਲਾਪ ਨਹੀਂ ਹੋਈ ਗਵਰਨਮੈਂਟ। ਕੀ ਕਹਿੰਦੇ ਤਕਰੀਬਨ 1.5 ਤੇ 3 ਤੇ ਹੁਣ ਵੀ ਮਜ਼ੀਦ। ਐਸਾ ਕੋਈ ਲਫ਼ਜ਼ ਮੇਰਾ ਮਤਲਬ ਨਹੀਂ ਕਰ ਸਕਦਾ। ਫਲਾਪ ਵਾਲਾ ਹੁਕੂਮਤ ਜਿਹੜੀ ਹੈ
ਪਹਿਲ ਚੱਲ ਰਹੀ ਹੈ ਹਕੂਮਤ ਨੂੰ 6 ਮਹੀਨੇ ਵਾ 6 ਮਹੀਨੇ ਤੇ ਜਿਹੜੇ ਨੇ ਉਹਨਾਂ ਨੂੰ ਸਿੱਧਿਆਂ ਪੱਧਰਿਆਂ ਹੁੰਦਿਆਂ ਹੋ ਜਾਂਦੇ ਨੇ, ਉਹਦੇ ਤੋਂ ਬਾਅਦ ਪਤਾ ਲੱਗੇਗਾ ਵੀ ਇਹ ਕੀ ਕਰਦੇ ਨੇ। ਮਸਲਨ ਤੁਸੀਂ ਕੀ ਚਾਹੁੰਦੇ ਹੋ ਕੰਮ ਕਰਨ ਤੇ ਬਿਹਤਰ ਹੋਵੇਗਾ, ਕੀ ਮਸਲਨ ਚਾਹੁੰਦੇ ਹੋ? ਮਸਲਨ ਅਸੀਂ ਤਾਂ ਇਹ ਚਾਹੁੰਦੇ ਹਾਂ ਨਾ ਕਿ ਹਾਲਾਤ ਜਿਹੜੇ ਨੇ ਕਾਬੂ ਦੇ ਵਿੱਚ ਕਰਨਾ, ਮਹਿੰਗਾਈ ਜਿਹੜੀ ਹੈ ਉਹਨੂੰ ਖ਼ਤਮ ਕਰਨਾ, ਗਰੀਬ ਆਵਾਮ ਜਿਹੜੀ ਹੈ ਸੁੱਖ ਦਾ ਸਾਂਸ ਲਏ, ਪਾਕਿਸਤਾਨ ਨੂੰ ਜਿਹੜਾ ਹੈ ਉਹ ਤਰੱਕੀ ਵਾਲੇ ਪਾਸੇ ਲੈ ਕੇ ਜਾਣ। ਨਹੀਂ ਕਿ ਮਹਿੰਗਾਈ ਤਾਂ ਹੋਰ ਵੱਧ ਰਹੀ ਹੈ, ਹੁਣ ਫਿਰ IMF ਕੋਲ ਗਏ ਨੇ, ਹੋਰ ਵਧਣੀ ਹੈ ਮਹਿੰਗਾਈ। ਉਹ ਜੀ IMF ਜਿਹੜਾ ਨਾ ਉਹ ਤਾਂ ਪਾਕਿਸਤਾਨ ਨੂੰ ਬਿਲਕੁਲ ਜਿਹੜਾ ਨਾ ਦਬਾ ਰਿਹਾ ਹੈ ਕਿ ਗਰੀਬ ਆਵਾਮ ਉੱਤੇ ਵੀ ਟੈਕਸ ਲਾਓ ਅਤੇ ਹਰ ਬੰਦੇ 'ਤੇ ਟੈਕਸ ਲਾਓ, ਅਤੇ ਉਹ ਬਹੁਤ ਮੁਸ਼ਕਿਲ ਹੈ ਜਨਾਬ, ਕਿਉਂਕਿ ਜਿਹੜਾ IMF ਜਿਹੜਾ ਉਹਦੇ ਦਬਾਅ ਦੇ ਤਹਿਤ ਕਈ ਉਹ ਕੰਮ ਕਰ ਰਹੇ ਨੇ, ਕਰਨਾ ਨਹੀਂ ਚਾਹੁੰਦੇ, ਲੇਕਿਨ ਉਹ ਫਿਰ ਉਹਨਾਂ ਦਾ ਦਬਾਅ ਹੈ। ਕਰਜ਼ੇ ਤੋਂ ਬਗੈਰ ਹਕੂਮਤ ਨਹੀਂ ਚੱਲਦੀ, ਕਿਉਂਕਿ ਆਵਾਮ ਕੋਲ ਜਿਹੜਾ ਖਜ਼ਾਨੇ ਵਿੱਚ ਪੈਸੇ ਨਹੀਂ ਹਨ। ਅੱਛਾ, ਤੁਹਾਡੀ ਪਸੰਦੀਦਾ ਗਵਰਨਮੈਂਟ PMLN ਦੀ ਇਸ ਟਾਈਮ? ਕੋਈ ਪਸੰਦੀਦਾ ਮੇਰੀ ਨਹੀਂ ਹੈ, ਮੈਂ ਜਿਹੜਾ ਨਹੀਂ ਪਸੰਦੀਦਾ ਤੇ ਤੁਹਾਡੀ ਹੈ ਨਾ? ਕੋਈ ਪਸੰਦੀਦਾ ਨਹੀਂ ਹੈ, ਪਸੰਦੀਦਾ ਸਾਰੇ ਭਰਾ ਨੇ ਸਾਡੇ ਜਨਾਬਲ, ਆਪਣਾ ਸਾਰਿਆਂ ਨਾਲ ਸਾਨੂੰ ਪਿਆਰ ਹੈ, ਕੋਈ ਐਸੀ ਗੱਲ ਨਹੀਂ ਹੈ, ਸਿਰਫ ਆਪਣਾ ਕਿਰਦਾਰ ਹੈ, ਆਪਣੀ ਗੱਲਬਾਤ ਹੈ, ਆਪਣਾ ਕੰਮ ਦਾ ਅੰਦਾਜ਼ ਹੈ। ਕਈਆਂ ਬੰਦਿਆਂ ਨੂੰ ਕੰਮ ਦਾ ਅੰਦਾਜ਼ ਪਸੰਦ ਇਹਨਾਂ ਦਾ ਹੈ, ਕਈਆਂ ਨੂੰ ਨਹੀਂ, ਅਤੇ ਇਹਦੇ ਵਿੱਚ ਕੋਈ ਗੱਲ ਨਹੀਂ ਹੈ, ਜਮਹੂਰੀਅਤ ਦਾ ਇਹ ਹੁਸਨ ਹੈ। ਅੱਛਾ, ਮਰੀਮ ਸਫਦਰ ਸਾਹਿਬਾ ਜਾਂ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਇਹਨਾਂ ਦੀ ਬੇਟੀ ਵਜ਼ੀਰ ਆਲਾ ਬਣਨ ਦੀ ਅਹਿਲ ਹੈ ਸਨ ਜਾਂ ਨਹੀਂ, ਕੀ ਕਹਿੰਦੇ ਤੁਸੀਂ? ਮੈਂ ਇਸ ਬਾਰੇ ਕੁਝ ਨਹੀਂ ਕਹਿੰਦਾ ਕਿ ਮੈਂ ਕਿਸੇ ਔਰਤ ਦੇ ਬਾਰੇ 'ਚ, ਕਿਸੇ ਭੈਣ ਦੇ ਨਹੀਂ, ਹੁਣ ਔਰਤ ਦੇ ਬਾਰੇ 'ਚ ਕੁਝ ਨਹੀਂ ਕਹਿ ਸਕਦਾ। ਜ਼ਾਤੀ ਸ਼ਖਸੀਅਤ ਨਾ ਰਹੀ, ਹੁਣ ਤੇ ਉਹ ਸਾਡੇ ਤੇ, ਯਾਨੀ ਕਿ ਸਾਡੇ ਤੁਹਾਡੇ ਦੇ ਉੱਤੇ ਉਹ ਵਜ਼ੀਰ ਆਲਾ ਨੇ। ਅਗਰ ਮਹਿੰਗਾਈ ਹੋਏਗੀ ਸਾਨੂੰ ਫਰਕ ਪਏਗਾ, ਅਗਰ ਸਸਤਾਈ ਹੋਏਗੀ ਸਾਨੂੰ ਫਰਕ, ਯਾਨੀ ਕਿ ਉਹ ਹੁਣ ਆਮ ਸ਼ਖਸੀਅਤ ਨਹੀਂ ਰਹੀ, ਯਾਨੀ ਕਿ ਉਹਨਾਂ ਦੇ ਹਰ ਹਰਕਤ 'ਤੇ, ਹਰ ਅਮਲ 'ਤੇ, ਹਰ ਕੰਮ 'ਤੇ ਸਾਨੂੰ ਤੁਹਾਨੂੰ ਫਰਕ ਪਏਗਾ। ਕੀ ਕਹਿੰਦੇ ਹੋ ਤੁਸੀਂ ਇਸ ਬਾਰੇ? ਇਸ ਪਾਸੇ ਮੈਂ ਇਸ ਮੌਜੂ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਔਰਤ ਦਾ ਮਸਲਾ ਮਰਦ ਹੋਵੇ ਤਾਂ ਉਹਦੇ 'ਤੇ ਮੈਂ ਗੱਲ ਕਰਾਂਗਾ। ਜੋ ਯਾਨੀ ਕਿ ਤੁਸੀਂ ਨਹੀਂ ਸੀ ਚਾਹੁੰਦੇ ਸ਼ਹਬਾਜ਼ ਸ਼ਰੀਫ ਹੀ ਬਣਦਾ ਜਾਂ ਹਮਜ਼ਾ ਸ਼ਹਬਾਜ਼ ਬਣਦਾ? ਨਹੀਂ, ਮੈਂ ਜਿਹੜਾ ਨਾ, ਮੈਂ ਤਾਂ ਇਹ ਚਾਹੁੰਦਾ, ਮੈਂ ਪਸੰਦੀਦਾ ਜਿਹੜਾ ਮੇਰਾ ਇਹ ਕੰਮ ਹੈ ਕਿ ਕੋਈ ਮਰਦ ਹੁੰਦਾ ਤਾਂ ਠੀਕ ਸੀ ਜਨਾਬ। ਯਾਨੀ ਕਿ ਉਲਮਾ ਇਕਰਾਮ ਵੀ ਇਹੀ ਕਹਿੰਦੇ ਨੇ ਕਿ ਔਰਤ ਦੀ ਹੁਕਮਰਾਨੀ ਜਿਹੜੀ ਹੈ ਉਹ ਜਾਇਜ਼ ਨਹੀਂ, ਬੜੇ। ਲੇਕਿਨ ਚੂੰਕਿ ਅੱਗੇ ਬੇਨਜ਼ੀਰ ਦੀ ਵੀ ਵਜ਼ੀਰ ਆਜ਼ਮ ਰਹਿ ਚੁੱਕੀ ਹੈ, ਉਦੋਂ ਵੀ ਉਹਨਾਂ ਇਤਰਾਜ਼ ਕੀਤਾ ਸੀ ਅਤੇ ਹੁਣ ਵੀ ਉਹਨਾਂ ਇਤਰਾਜ਼ ਕੀਤਾ, ਅਤੇ ਬੰਦਾ ਹੁੰਦਾ ਤੇ ਅਗਰ ਜ਼ਿਆਦਾ ਬਿਹਤਰ ਸੀ। ਅੱਛਾ, ਫਜ਼ਲੁਰ ਰਹਿਮਾਨ ਸਾਹਿਬ ਪਹਿਲੇ ਨਾਲ ਸਨ, PDM ਦੇ ਸਦਰ ਸਨ, ਯਾਨੀ ਕਿ ਉਹਨਾਂ ਦੀ ਸਰਬਰਾਹੀ 'ਚ ਸਾਰੇ ਅੰਡਰ ਸਨ, ਠੀਕ ਹੈ। ਉਹਨਾਂ ਨੂੰ ਵੀ ਕੁਝ ਦਾਅਵੇ ਵਾਅਦੇ ਉਹਨਾਂ ਨਾਲ ਕੀਤੇ ਗਏ ਸਨ ਜੀ, ਤੁਹਾਨੂੰ ਸੁਣਨ 'ਚ ਆਇਆ ਸੀ ਸਦਰ ਬਣਾਵਾਂਗੇ ਪਾਕਿਸਤਾਨ, ਲੇਕਿਨ ਉਹਨਾਂ ਨੂੰ ਮਜ਼ੀਦ ਨੁਕਸਾਨ ਹੀ ਹੋਣ ਦੇ ਇਲੈਕਸ਼ਨ 'ਚ ਉਹਨਾਂ ਨੂੰ ਜਿਹੜੀਆਂ 8-10 ਸੀਟਾਂ ਕੌਮੀ ਅਸੈਂਬਲੀ ਉਹ ਵੀ ਘੱਟ ਕੇ 2-3 ਰਹਿ ਗਈਆਂ। ਉਹ ਹੁਣ ਖਿਲਾਫ ਨੇ, ਉਹ ਰਾਜ਼ ਖੋਲ ਰਹੇ ਨੇ, ਕਿਆ ਉਹ ਸੱਚ ਬੋਲ ਰਹੇ ਨੇ ਜਾਂ ਪਹਿਲੇ ਸੱਚ ਬੋਲ ਰਹੇ ਸਨ? ਦੇਖੋ ਜੀ, ਮੈਂ ਕਿਸੇ ਬੰਦੇ ਦੀ ਗਰੰਟੀ ਨਹੀਂ ਦੇ ਰਿਹਾ ਵੀ ਇਹ ਸੱਚ ਬੋਲ ਰਿਹਾ ਜਾਂ ਨਹੀਂ ਸੱਚ ਬੋਲ ਰਿਹਾ। ਜਿਹੜੇ ਨੇ ਆਪਣਾ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਉਹ ਬਿਹਤਰ ਸਮਝਦੇ ਨੇ, ਅਤੇ ਜਿਸ ਵੇਲੇ ਮਤਲਬ ਆਪਣਾ ਉਹਨਾਂ ਦੀ ਐਸੀ ਹਕੂਮਤ ਉਹਨਾਂ ਦੀ, ਅਤੇ ਉਹ ਉਹਨਾਂ ਦੇ ਨਾਲ ਸੀ, ਅਤੇ ਕਿਸੇ ਵਕਤ ਵੀ ਬੰਦੇ ਦੀ ਮੁਖਾਲਫਤ ਹੋ ਸਕਦੀ, ਕਿਸੇ ਵਜ੍ਹਾ ਨਾਲ ਵੀ ਹੋ ਸਕਦੀ, ਇਹ ਕੋਈ ਮਸਲਾ ਨਹੀਂ। ਨਹੀਂ ਤਾਂ ਸਦਰ ਉਹਨਾਂ ਨੂੰ ਬਣਾਉਣਾ ਚਾਹੀਦਾ ਸੀ ਜਾਂ ਨਹੀਂ? ਨਹੀਂ, ਮੈਂ ਨਹੀਂ ਕਹਿ ਸਕਦਾ ਕਿ ਸਦਰ ਉਹਨਾਂ ਬਣਾਉਣਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਨੇ ਜਿਹੜਾ ਸਦਰ ਦੇ ਮਤਲਬ ਉਹ ਇਹ ਜ਼ੇਨ ਰੱਖਦੇ ਨੇ ਕਿ ਮੈਨੂੰ ਸਦਰ ਬਣਾਇਆ ਜਾਏ। ਨਹੀਂ, PDM ਦੇ ਵੀ ਸਰਬਰਾਹ ਬਣੇ। ਨਹੀਂ, PDM ਦਾ ਸਰਬਰਾਹ ਹੋਣਾ ਜਿਹੜਾ ਨਾ ਉਹ ਹੋਰ ਚੀਜ਼ ਸੀ, ਉਹ ਤਾਂ ਐਨ ਸੜਨਾ ਉਹ, ਅਤੇ ਅਗਲਾ ਜਿਹੜਾ ਵਾਅਦਾ ਤੁਸੀਂ ਕਹਿੰਦੇ ਹੋ ਕੀਤਾ ਗਿਆ ਉਹਨਾਂ, ਅਤੇ ਉਹਦਾ ਤਲਕ ਨਹੀਂ ਅਸੀਂ ਜਾਣਦੇ। ਅੱਛਾ, ਕੋਈ ਥੋੜ੍ਹੇ ਸਖਤ ਸਵਾਲ ਨੇ, ਜਵਾਬ ਦੇਣਾ ਚਾਹੋ ਤਾਂ ਦੇ ਦਈਓ, ਨਹੀਂ ਤਾਂ ਤੁਹਾਡੀ ਮਰਜ਼ੀ ਹੈ। ਸਹੀ। ਇਸ ਟਾਈਮ ਜੋ ਬਾਤ ਚੱਲ ਰਹੀ ਹੈ, ਤੁਸੀਂ ਕੁਛ ਵੀ ਦੇਖੋ, ਮੀਡੀਆ ਚੈਨਲਸ ਦੇਖੋ, TV ਚੈਨਲਸ ਦੇਖੋ, ਨਿਊਜ਼ ਚੈਨਲ, ਸੋਸ਼ਲ ਮੀਡੀਆ, ਫੇਸਬੁੱਕ, ਕੁਛ ਵੀ ਦੇਖੋ, ਕਿਹਾ ਜਾ ਰਿਹਾ ਕਿ ਫੌਜ ਜਿਹੜੀ ਉਹ ਮੁਦਾਖਲਤ ਕਰਦੀ ਹੈ ਸਿਆਸਤ 'ਚ। ਜਵਾਬ ਦੇਣਾ ਚਾਹੋ ਨਾ ਚਾਹੋ ਤੁਹਾਡੀ ਮਰਜ਼ੀ। ਕੀ ਕਹਿੰਦੇ ਹੋ ਇਸ ਬਾਰੇ 'ਚ? ਕਿਆ ਦਰੁਸਤ ਹੈ ਜਾਂ ਨਹੀਂ ਦਰੁਸਤ, ਜਾਂ ਐਸਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਜੋ ਤੁਹਾਡੀ ਮਰਜ਼ੀ, ਕੀ ਕਹਿੰਦੇ ਹੋ? ਇਹ ਤਾਂ ਚਾਹੀਦਾ ਕਿਸੇ ਜਿਹੜਾ ਨਾ ਆਪਣਾ ਇੱਕ ਅਦਾਰਾ ਦੂਜੇ ਅਦਾਰੇ ਦੇ ਵਿੱਚ ਦਖਲ ਨਾ ਦੇ, ਅਤੇ ਜੇ ਅਗਰ ਇਹ ਕਿ ਫੌਜ ਸਮਝਦੇ ਨੇ ਬੰਦੇ ਵੀ ਦਿੰਦੀ ਹੈ ਪਈ ਦਖਲ, ਅਤੇ ਫੌਜ ਨੂੰ ਦਖਲ ਨਹੀਂ ਦੇਣਾ ਚਾਹੀਦਾ, ਅਤੇ ਸਿਆਸਤਦਾਨ ਜਿਹੜੇ ਨੇ ਉਹਨਾਂ ਨੂੰ ਆਪਣਾ ਖੁੱਲ੍ਹ ਕੇ ਜਿਹੜਾ ਸਿਆਸਤ ਕਰਨੀ ਦੇਣੀ ਚਾਹੀਦੀ ਹੈ। ਯਾਨੀ ਕਿ ਉਹ ਆਪਣੇ ਕੰਮ ਕਰਨ, ਇਹ ਇਹਨਾਂ ਨੂੰ ਆਪਣੇ ਕੰਮ ਕਰਨ ਦੇਣ, ਯਾਨੀ ਕਿ ਜੋ ਬਾਤ ਚੱਲ ਰਹੀ ਹੈ ਇਹ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਜਿਹੜੇ 6 ਜੱਜਾਂ ਨੇ ਖੱਤ ਲਿਖੇ ਨੇ, ਉਹਨਾਂ ਨੇ ਕਿਹਾ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ, ਅਸੀਂ ਇਨਸਾਫ ਕਰਨਾ ਚਾਹੁੰਦੇ ਹਾਂ, ਲੇਕਿਨ ਸਾਡੇ ਬੱਚੇ ਉਠਾਏ ਜਾ ਰਹੇ ਨੇ, ਸਾਡੇ ਵਾਸ਼ਰੂਮਸ 'ਚ, ਲਿਵਿੰਗ ਰੂਮ 'ਚ, ਸਿਟਿੰਗ ਰੂਮਸ 'ਚ ਕੈਮਰੇ ਲੱਗੇ ਨੇ ਖੁਫੀਆ, ਸਾਨੂੰ ਪਤਾ ਨਹੀਂ, ਅਤੇ ਬਾਅਦ 'ਚ ਸਾਨੂੰ ਵੀਡੀਓ ਦਿਖਾਈਆਂ ਜਾਂਦੀਆਂ ਨੇ, ਕਹਿੰਦੀਆਂ ਨੇ ਮਸਲਨ ਜਿਸ ਆਜ਼ਮ ਸਵਾਤੀ ਦੀ ਵੀਡੀਓ ਉਹਦੇ ਬੱਚਿਆਂ ਨੂੰ ਹੀ ਘੱਲੀ ਸੀ, ਅਤੇ ਉਹਨਾਂ ਨੂੰ ਬਲੈਕਮੇਲ ਉਹ ਰੋਂਦੇ ਵੀ ਰਹੇ। ਜਮਸ਼ੇਦ ਦਸਤੀ ਦੀ ਵੀਡੀਓ, ਉਹਦੀ ਬੀਵੀ ਦੀਆਂ, ਦੀਗਰ MNA MPA ਜਿਹੜੇ ਪ੍ਰੈਸ ਕਾਨਫਰੰਸ ਨਹੀਂ ਸੀ ਕਰਦੇ PTI ਨੂੰ ਛੱਡਣ ਵਾ,
ਤੇ ਕਿਆ ਇਹ ਵੀ ਕੋਈ ਸੱਚਾਈ ਲੱਗਦੀ ਹੈ ਜਾਂ ਤੁਸੀਂ ਕਹਿੰਦੇ ਹੋ ਐਵੇਂ ਝੂਠ ਦਾ ਪਲੰਦਾ, ਕੀ ਕਹਿੰਦੇ ਹੋ ਇਸ ਬਾਰੇ 'ਚ? ਇਹਦੇ ਮੁਤਲਕ ਮੈਂ ਕੁਛ ਨਹੀਂ ਜਾਣਦਾ ਜੀ। ਯਾਨੀ ਕਿ ਕੁਛ ਨਹੀਂ, ਨਾ ਸਹੀ ਨਾ ਗਲਤ ਕਹਿੰਦੇ ਹੋ ਯਾਰ? ਜੀ ਜੀ। ਜਿਹੜੀ ਆਵਾਮ, ਜਿਹੜੀ ਮਿਸਾਲ ਤੋਂ ਜਮਸ਼ੇਦ ਦਸਤੀ ਸਾਹਿਬ ਉਹ ਰੋ ਰਹੇ ਸਨ ਬਕਾਇਦਾ, ਹਾਲ ਹੀ ਕਿ ਨਹੀਂ, ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਨੇ, ਮਜ਼ੀਦ ਜੱਜਿਸ ਵੀ ਸਾਹਮਣੇ ਆ ਰਹੇ ਨੇ, ਜੀ ਜੀ। ਵਕਲਾ ਵੀ ਆ ਰਹੇ ਨੇ, ਕੀ ਕਹਿੰਦੇ ਹੋ ਤੁਸੀਂ? ਮੈਂ ਕੁਛ ਨਹੀਂ ਇਸ ਬਾਰੇ ਕਹਿ ਸਕਦਾ। ਯਾਨੀ ਕਿ ਤੁਸੀਂ ਇਹ ਕਹਿ ਦਿਓ ਕਿ ਨਹੀਂ ਹੋਣਾ ਚਾਹੀਦਾ ਜੇਕਰ ਹੋ ਰਿਹਾ ਹੈ ਕਿ ਨਹੀਂ? ਨਹੀਂ ਨਹੀਂ, ਇਹ ਮੈਂ ਨਹੀਂ ਜਾਣਦਾ ਇਹਦੇ ਮੁਤਲਕ ਕੁਝ। ਅੱਛਾ ਚਲੋ। ਅੱਛਾ, ਇਸ ਤੋਂ ਇਲਾਵਾ ਅਗਰ ਇਮਰਾਨ ਖਾਨ ਨੂੰ, ਇਹ ਵੀ ਦੋ ਗੱਲਾਂ ਨੇ, ਫਾਂਸੀ ਲਾ ਦਿਓ, ਇਹਦੇ ਕੋਲ ਜਾਨ ਹੀ ਛਡਾਓ, ਲੇਕਿਨ ਆਵਾਮ ਉਹਦੇ ਪਿੱਛੇ ਬਹੁਤ ਹੈ। ਦੂਜੀ ਹੈ ਕਿ ਉਹਨੂੰ ਜਿਹੜਾ ਤਮਾਮ ਜਿਹੜੇ ਕੇਸਿਸ ਨੇ ਉਹ ਐਵੇਂ ਨੇ, ਐਵੇਂ ਬਣਾਏ ਨੇ, ਜਿਸ ਤਰ੍ਹਾਂ ਤੋਸ਼ਾਖਾਨਾ ਦਾ ਕੇਸ, ਉਹ ਐਸੇ ਬੰਦੇ ਨੇ ਰਿਪੋਰਟ ਕੀਤਾ ਹੈ, FIR ਕੀਤੀ, ਜਿਹੜਾ ਪਾਕਿਸਤਾਨ ਆਇਆ ਹੀ ਨਹੀਂ, ਖੁਦ ਉਹ ਮੁਲਜ਼ਮ ਹੈ, ਇਸ਼ਤਿਹਾਰੀ ਹੈ, ਬਾਹਰ ਦੇ ਮੁਲਕ ਬੈਠੇ ਹੈ, ਅਰਬ ਮੁਲਕ, ਤੇ ਉਹਨੇ ਉਹਦੇ ਨਾਂ ਤੇ ਪਰਚਾ ਕੱਟ ਕੇ ਉਹਨੂੰ ਤੋਸ਼ਾਖਾਨਾ 'ਚ ਫੜੇ ਹੈ। ਤੇ ਕੀ ਕਹਿੰਦੇ, ਇਮਰਾਨ ਖਾਨ ਵਾਕਈ ਫਾਂਸੀ ਦਾ ਹੱਕਦਾਰ ਹੈ ਜਾਂ ਉਹਨੂੰ ਜਿਹੜੇ ਕੇਸ ਨੇ ਉਹ ਠੀਕ ਨੇ, ਜਾਂ ਕੀ ਕਹਿੰਦੇ ਇਸ ਬਾਰੇ 'ਚ? ਇਸ ਬਾਰੇ ਦੇ ਵਿੱਚ ਮੈਂ ਕੁਛ ਨਹੀਂ ਕਹਿ ਸਕਦਾ। ਇਹ ਜਿਹੜਾ ਮੈਂ ਇੰਨਾ ਸਿਆਸਤ ਦੇ ਵਿੱਚ ਜਿਹੜਾ ਨਾ ਨਹੀਂ ਰੱਖਦਾ ਦਿਮਾਗ, ਇਹ ਜਿਹੜੇ ਮੈਂ ਇੰਨਾ ਨਹੀਂ ਨਾ, ਮਤਲਬ ਮੈਂ ਨਹੀਂ ਕਰ ਸਕਦਾ ਇਹਦਾ। ਜੀ ਜੀ। ਚਲੋ, ਮੈਂ ਇਹ ਚਾਹੁੰਦਾ ਕਿ ਜਿਸ ਬੰਦੇ ਦੀ ਗਲਤੀ ਉਹਨੂੰ ਸਜ਼ਾ ਮਿਲੇ, ਔਰ ਉਹਦੀ ਅੱਲਾਹ ਤਾਲਾ ਨੇ ਬਣਾਇਆ ਜਿਸ ਬੰਦੇ ਦੀ ਗਲਤੀ ਹੁੰਦੀ ਹੈ ਉਹ ਗਲਤੀ ਸਾਬਤ ਹੋ ਜਾਏ ਤੇ ਉਹਨੂੰ ਫਿਰ ਸਜ਼ਾ ਉਹਦੀ ਮਿਲਦੀ, ਬਸ ਇਹਦੇ ਤੋਂ ਇਲਾਵਾ ਮੈਂ ਕੁਝ ਨਹੀਂ। ਯਾਨੀ ਕਿ ਤੁਸੀਂ ਯਕੀਨ ਰੱਖਦੇ ਹੋ ਇਨਸਾਫ ਦੇ ਇਦਾਰਿਆਂ 'ਤੇ? ਜੀ ਜੀ ਜੀ। ਲੇਕਿਨ ਇਨਸਾਫ ਦੇ ਇਦਾਰੇ ਜੱਜ ਤੇ ਖੁਦ ਰੋ ਰਹੇ ਨੇ, ਖੁਦ ਇਨਸਾਫ ਮੰਗ ਰਹੇ ਨੇ। ਇਹ ਹੁਣ ਸਾਨੂੰ ਇਹਦਾ ਨਹੀਂ ਪਤਾ ਕੀ ਵਜ੍ਹਾ, ਕਿਉਂ ਰੋ ਰਹੇ ਨੇ ਉਹ। ਮੁਲਕੇ ਪਾਕਿਸਤਾਨ ਦੀ ਫਿਰ ਕਿੱਥੇ ਜਾਂਦਿਆਂ ਦੇਖ ਰਹੇ ਹੋ? ਇਨਸਾਫ ਵਾਲੇ ਰੋ ਰਹੇ ਨੇ, اسٹیبلشمنٹ والے وکھرے رو رہے نے، عمران خان، نواز شریف مجھے کیوں نکالا، اس تو بعد مجھے کیوں بلایا، فضل الرحمان، ہر بندہ ہی رو رہا، کی کہندے کتنے جاندہ دیکھ رہے ملک انشاءاللہ جڑے اللہ دے نام تے بنے ہیں یہ چلتا رہے گا، جو مرضی ہو جائے، یہ کوئی بندہ زیادہ نقصان نہیں پہنچا سکتا۔ ملک اللہ دے نام تے بنے، لا الہ الا اللہ محمد رسول اللہ، وہ یہ چلتا ہی رہے گا جناب، یہ کوئی بندہ نقصان نہیں پہنچا سکے۔ اچھا چلو، ہوں تھوڑے کو فلسطین دے بارے اگر وہ بھی بات نہ کرے تو زیادتی ہوئے گی، کیونکہ کل نو اسی بھی اللہ دے حضور حاضر ہونا ہے۔ فلسطین دی عوام تسی دیکھیا ہوئے گا، بیٹیاں، بچیاں، ماواں، بچے کس طرح کٹے، سارے کٹے بازو، کٹے کوڑے دے ڈھیر چ۔ تسی تصویر اگلے دی میں تمہیں دکھائی سی کہ ایک کتا ان دی لاش اٹھا کے جا رہا ہے کوڑے دے ڈھیر چ ایک فلسطینی بچے دا، کی کہندے اس بارے چ؟ یہ جی میں تو سمجھنا کہ مسلم امہ جڑی ہے نا سارے مل کے جنہ کول ہے انہاں نال جا کے گل کرن تے انہاں دی جنگ بندی کران تے انہاں نوں سکھ دا ساہ آوے، انہاں نوں جڑا نا انہاں دی خوراک پہنچے انہاں کول، تے انہاں تے جڑا ظلم ہو رہا ہے اس ظلم دا جڑا نا اللہ ہی بدلہ لے سکتا ہے۔ تے جڑے مسلم امہ جڑی ہے نا انہاں نوں چاہیے کہ اتھے اپنا سامان کرن تے او جنگ بندی کران۔ نہیں، مسلم امہ ممالک چ کوئی ایک بھی نہیں بول رہا، ایون کہ ٹرکی، سعودیہ، پاکستان، قطر ہے وڈے گنے جاندے نے، پاکستان ایٹمی طاقت، یہ بھی نہیں بول رہا۔ شہباز شریف صاحب تھوڑے فیورٹ، یہ بھی نہیں کوئی بیان دے رہے۔ عاصم منیر صاحب نے کی کہندے ہو؟ کہ انہوں نے کچھ حق ہو گیا کہ تسی خدا را انہاں دا کوئی پرسانے حال کرو؟ کوئی ساڈی تے ہے میرا مطلب اسی چاہنے ہیں کہ انہوں دی مدد کرن، انہوں نے جناب جنگ بندی کران، جنگ بندی کرا کے تو انہوں نے جڑا خوراک پہنچائی جائے، کپڑے پہنچائے جان، کھانے پینے دی چیزاں پہنچائی جان۔ جڑے ملک کر سکتے ہیں وہ کرن، جن مسلمان ملک نے جڑے جنہ کو اینی ہمت ہے۔ نہیں کیوں نہیں کر رہے؟ کوئی یہ بارے روشنی نہیں پتا؟ کوئی مفاد نے انہاں دے اپنے؟ کوئی پتہ نہیں یار۔ یہودیاں نہ کوئی گٹھ جوڑ شہباز شریف صاحب دا؟ کوئی پتہ نہیں جناب، نہیں یہ مطلب نہیں۔ تو پھر بیان کیوں نہیں دے رہے؟ یہ انہوں نے بیان دینے چاہیے نے، پھر انہوں نے اسی جڑا کی سمجھنے ہیں ساری مرضی کے مطابق نہیں انہیں چلنا، انہیں تو اپنی مرضی کے مطابق چلنا ہے، یا جس طرح حکومت چلتی ہے اس طرح چلتی ہیں۔ ایران نو بھی چاہیے، پاکستان نو بھی چاہیے، ترکی نو بھی چاہیے، جڑے ملک جڑے کھاندے پیندے نے انہوں چاہیے انہوں دی مدد کرنی تے جنگ بندی تے زور دینا۔ جی چلو ٹھیک ہے، بہت شکریہ، تسی تشریف آوری دا۔ میں کافی کوشش کیتی ہے تواڈے کول مشکل سوالات دے جوابات لین دی، جی جی، لیکن تسی بھی بچ بچا کے گزر گئے، لنگ گئے۔ چلو انشاءاللہ نیکسٹ پروگرام جو تانوں جڑا نا انشاءاللہ لڑاں گے۔ باقی تواڈا بہت شکریہ، ٹھیک ہے جناب، تسی اپنے قیمتی وقت چ وقت کڈیا، انشاءاللہ امید رکھنا ہے دوبارہ بھی تسی موقع دیو گے سانوں۔ ٹھیک ہے جی، صحیح۔ تو ویورز یہ تھی ہماری آج کی ویڈیو۔ محترم محمد صفدر مغل صاحب ہمارے بڑے، ہمارے محترم، ہمارے ساتھ تھے۔ آپ نے ان کی رائے سنی ہوگی، کمنٹس میں بتائیے گا۔
ویسے تو میرا نہیں خیال انہوں نے کہیں پہ کوئی ایسی بات کی ہو جو کسی کو بھی بری لگی ہو. سب راضی ہوں گے, پی ٹی آئی والے بھی, پی ایم ایل این والے بھی, اسٹیبلشمنٹ بھی, ججز, وکلاء, سب راضی ہوں گے ان کی گفتگو سے. بہرحال نیکسٹ ٹائم ان سے سخت سوالات مزید کریں گے. اپنا خاص خیال رکھیے گا. اللہ حافظ ناصر. السلام علیکم ورحمۃ اللہ وبرکاتہ.